Good morning, students. Today we are going to start types of plans prepared by managers. ਲਾਸਟ ਵਿੱਚ ਅਸੀਂ ਪੜ੍ਹਿਆ ਸੀ ਸਿੰਗਲ ਯੂਜ਼ ਪਲਾਨ ਤੇ ਸਟੈਂਡਰਡ ਪਲਾਨ। ਸਿੰਗਲ ਯੂਜ਼ ਪਲਾਨ ਦੇ ਵਿੱਚ ਪੜ੍ਹਿਆ ਸੀ ਕਿ ਇੱਕ ਵਾਰ ਪਲਾਨ ਬਣਾ ਕੇ ਇਹ ਇੱਕੋ ਹੀ ਸਿਚੁਏਸ਼ਨ ਤੇ ਮਤਲਬ ਲੱਗਦਾ, ਲਾਈਕ ਜਦੋਂ ਸਿਚੁਏਸ਼ਨ ਖਤਮ ਦੈਨ ਪਲਾਨ ਵੀ ਖਤਮ। ਸਟੈਂਡਿੰਗ ਪਲਾਨ ਦੇ ਵਿੱਚ ਅਸੀਂ ਪੜ੍ਹਿਆ ਸੀ ਇੱਕ ਵਾਰ ਪਲਾਨ ਬਣਾ ਕੇ ਅਸੀਂ ਉਸਨੂੰ ਰਿਪੀਟ ਕਰ ਸਕਦੇ ਹਾਂ, ਅਗੇਨ ਐਂਡ ਅਗੇਨ ਯੂਜ਼ ਕਰ ਸਕਦੇ ਹਾਂ। ਸੋ ਮਤਲਬ ਸਟੈਂਡਰਡ ਯੂਜ਼ ਪਲਾਨ ਜੋ ਹੁੰਦਾ ਉਹ ਰੀਅਕਰ ਹੁੰਦਾ ਤੇ ਸਿੰਗਲ ਯੂਜ਼ ਪਲਾਨ ਜੋ ਹੈ ਉਹ ਰੀਅਕਰ ਨਹੀਂ ਹੁੰਦਾ। ਹੁਣ ਅਸੀਂ ਪੜਾਂਗੇ ਰਜੇ ਉਹ ਪਲਾਨਸ ਜਿਹੜੇ ਮੈਨੇਜਰਸ ਦੁਆਰਾ ਪ੍ਰੀਪੇਅਰ ਕੀਤੇ ਜਾਂਦੇ ਆ। ਇਹ ਰਜੇ ਜੋ ਪਲਾਨਸ ਨੇ ਨਾ ਤਾਂ ਸਿੰਗਲ ਯੂਜ਼ ਪਲਾਨ ਦੇ ਵਿੱਚ ਆਉਂਦੇ ਨਾ ਇਹ ਸਟੈਂਡਿੰਗ ਪਲਾਨ ਦੇ ਵਿੱਚ ਆਉਂਦੇ ਆ। ਸੋ ਰਜੇ ਫਸਟ ਹੈ ਆਬਜੈਕਟਿਵਸ। ਆਬਜੈਕਟਿਵਸ ਦਾ ਮਤਲਬ ਕੀ ਹੁੰਦਾ ਰਜੇ? ਬਿਜ਼ਨਸ ਦਾ ਗੋਲ ਹੈ ਨਾ, ਸੈੱਟ ਕਰਨਾ ਜਿਹਦੇ ਲਈ ਅਸੀਂ ਬਿਜ਼ਨਸ ਨੂੰ ਚਲਾਉਂਦੇ ਆ ਜਾਂ ਬਿਜ਼ਨਸ ਦੇ ਵਿੱਚ ਐਕਟੀਵਿਟੀਜ਼ ਨੂੰ ਮਤਲਬ ਐਕਟੀਵਿਟੀਜ਼ ਪਰਫਾਰਮ ਕਰਦੇ ਆ ਜਾਂ ਅਸੀਂ ਜਿਹਦੇ ਲਈ ਪਲਾਨ ਬਣਾਉਂਦੇ ਆ। ਠੀਕ ਹੈ, ਆਬਜੈਕਟਿਵਸ ਤੋਂ ਬਿਨਾਂ ਪਲਾਨ ਵੀ ਕੋਈ ਕੰਮ ਦਾ ਨਹੀਂ, ਆਬਜੈਕਟਿਵਸ ਤੋਂ ਬਿਨਾਂ ਪਲਾਨ ਕੰਮ ਨਹੀਂ ਕਰਦਾ ਨਾ ਬਣਦਾ। ਠੀਕ ਹੈ, ਜਦੋਂ ਸਾਨੂੰ ਪਤਾ ਹੀ ਨਹੀਂ ਹੋਏਗਾ ਸਾਡਾ ਆਬਜੈਕਟਿਵ ਕੀ ਹੈ ਤਾਂ ਪਲਾਨ ਵੀ ਕੀ ਬਣਾਵਾਂਗੇ। ਸੋ ਆਬਜੈਕਟਿਵ ਕਿੱਦਾਂ ਦਾ ਹੋਣਾ ਚਾਹੀਦਾ ਰਜੇ? ਆਬਜੈਕਟਿਵ ਹੈ ਜੋ ਉਹ ਸਮਾਰਟ ਹੋਣਾ ਚਾਹੀਦਾ। ਸਮਾਰਟ ਉਹ ਵਾਲਾ ਸਮਾਰਟ ਨਹੀਂ ਜੋ ਤੁਸੀਂ ਸਮਝ ਰਹੇ ਹੋ। ਸਮਾਰਟ ਇਨ ਦ ਸੈਂਸ ਐਸ ਮੀਨਸ ਟੂ ਸੇ ਸਪੈਸੀਫਿਕ। ਸਪੈਸੀਫਿਕ ਰਜੇ ਮਤਲਬ ਹੁੰਦਾ ਕਿ ਆਬਜੈਕਟਿਵ ਇੱਕ ਸਪੈਸੀਫਿਕ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਰਜੇ ਮੈਂ ਤੁਹਾਨੂੰ ਕਹਤਾ ਕਿ ਤੁਹਾਡੇ ਇਸ ਵਾਰ ਐਗਜ਼ਾਮ ਦੇ ਵਿੱਚ ਬਹੁਤ ਹੀ ਵਧੀਆ ਨੰਬਰ ਆਉਣੇ ਚਾਹੀਦੇ ਨੇ, ਹੈ ਨਾ। ਬਹੁਤ ਵਧੀਆ ਨੰਬਰ ਤੁਹਾਡੀ ਲੈਂਗੁਏਜ ਦੇ ਵਿੱਚ ਕੁਝ ਹੋਰ ਹੋ ਸਕਦਾ, ਮੇਰੀ ਨਿਗਾਹ ਦੇ ਵਿੱਚ ਕੁਝ ਹੋਰ ਹੋ ਸਕਦਾ। ਤੁਸੀਂ ਕਹੋਗੇ ਕਿ ਸਾਡੇ 60% ਤੋਂ ਉੱਪਰ ਨੰਬਰ ਆ ਗਏ ਜੀ, ਬਹੁਤ ਵਧੀਆ ਨੰਬਰ ਨੇ, ਹੈ ਨਾ। ਮੈਂ ਕਹੂੰਗੀ ਕਿ ਨਹੀਂ 60% ਤੋਂ ਉੱਪਰ ਨਹੀਂ, ਇੰਨੇ ਜ਼ਿਆਦਾ ਨੰਬਰ ਤਾਂ ਹੈ ਨਹੀਂ ਇਹ। ਸੋ ਅਗਰ ਮੈਂ ਤੁਹਾਨੂੰ ਸਪੈਸੀਫਿਕਲੀ ਮੈਂਸ਼ਨ ਕਰਦਾ ਕਿ ਤੁਹਾਡੇ 95% ਮਾਰਕਸ ਹੋਣੇ ਚਾਹੀਦੇ ਨੇ ਜਾਂ ਉਸ ਤੋਂ ਅਬਵ ਹੋਣੇ ਚਾਹੀਦੇ ਨੇ, ਸੋ ਇੱਕ ਮੇਨ ਤੁਹਾਨੂੰ ਟਾਰਗੇਟ ਮਿਲ ਗਿਆ ਨਾ ਕਿ ਤੁਸੀਂ ਕਿੰਨੇ ਪਰਸੈਂਟ ਮਾਰਕਸ ਲੈਣੇ ਨੇ, 95% ਮਾਰਕਸ। ਸੋ ਤੁਸੀਂ ਇੱਕ ਪ੍ਰੋਪਰ ਫੋਕਸ ਕਰ ਪਾਓਗੇ ਨਾ ਆਪਣੇ ਜੋ ਗੋਲ ਸੈੱਟ ਕੀਤੇ ਕਰਕੇ ਦਿੱਤਾ ਮੈਂ ਤੁਹਾਨੂੰ ਜਾਂ ਜੋ ਵੀ ਤੁਹਾਨੂੰ ਕਿਹਾ ਉਹ 'ਤੇ ਪ੍ਰੋਪਰ ਫੋਕਸ ਕਰ ਪਾਓਗੇ ਨਾ। ਸੋ ਉਹੀ ਚੀਜ਼ ਹੈ ਰਜੇ, ਆਬਜੈਕਟਿਵ ਵੀ ਸਪੈਸੀਫਿਕ ਹੋਣਾ ਚਾਹੀਦਾ। ਸੈਕਿੰਡ ਅਗਰ ਰਜੇ ਐਮ ਤੇ ਮੈਜ਼ਰੇਬਲ। ਆਬਜੈਕਟਿਵ ਜੋ ਹੈ ਰਜੇ ਮੈਜ਼ਰੇਬਲ ਹੋਣਾ ਚਾਹੀਦਾ। ਕਿੱਦਾਂ ਮੈਜ਼ਰੇਬਲ ਹੋਣਾ ਚਾਹੀਦਾ? ਕਿ ਅਸੀਂ ਉਸਦੀ ਕੁਆਲਿਟੀ ਨੂੰ ਮੈਜ਼ਰ ਕਰ ਸਕੀਏ। ਠੀਕ ਹੈ, ਹੁਣ ਜਿਵੇਂ ਤੁਸੀਂ 95% ਅਗਰ ਮਾਰਕਸ ਲੈ ਕੇ ਆ ਰਹੇ ਹੋ, ਮੈਂ ਤੁਹਾਡੀ ਕੁਆਲਿਟੀ ਨੂੰ ਮੈਜ਼ਰ ਕਰ ਸਕਦੀ ਨਾ ਕਿ ਹਾਂ ਤੁਹਾਡੇ 'ਚ ਇੰਨੀ ਕੈਪੇਬਿਲਿਟੀ ਹੈ, ਤੁਹਾਡੇ 'ਚ ਇੰਨੀ ਕੁਆਲਿਟੀ ਹੈ। ਉਹਦਾ ਕੀ ਫਾਇਦਾ ਕਿ ਮੈਂ ਤੁਹਾਨੂੰ ਉਂਝ ਕਹਤਾ ਅੱਛੇ ਮਾਰਕਸ, ਮੈਂ ਤੁਹਾਡੀ ਉਸ ਤਰੀਕੇ ਨਾਲ ਕਿੱਦਾਂ ਕੈਪੇਬਿਲਿਟੀ ਚੈੱਕ ਕਰੂੰਗੀ, ਹੈ ਨਾ, ਜਾਂ ਕੁਆਲਿਟੀ ਚੈੱਕ ਕਰੂੰਗੀ। ਇਸ ਤਰ੍ਹਾਂ ਹੀ ਜੋ ਆਬਜੈਕਟਿਵ ਹੈ ਰਜੇ ਉਹ ਮੈਜ਼ਰੇਬਲ ਹੋਣਾ ਚਾਹੀਦਾ। ਨੈਕਸਟ ਰਜੇ ਆ ਗਿਆ ਏ ਤੇ ਅਚੀਵੇਬਲ। ਜੋ ਰਜੇ ਆਬਜੈਕਟਿਵ ਹੈ ਉਹ ਅਚੀਵੇਬਲ ਹੋਣਾ ਚਾਹੀਦਾ। ਹੁਣ ਦੇਖੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਤੁਸੀਂ 100% ਮਾਰਕਸ ਲੈ ਕੇ ਆਣੇ ਆ ਪ੍ਰੋਪਰ ਪੜ੍ਹ ਕੇ, ਤੇ ਤੁਸੀਂ ਕੀ ਕੀਤਾ? ਪੂਰਾ ਸਾਲ ਪੜ੍ਹੇ ਨਹੀਂ। ਕਿ ਤੁਸੀਂ ਇੱਕ ਦਿਨ ਦੇ ਵਿੱਚ ਪੜ੍ਹ ਕੇ 100% ਮਾਰਕਸ ਲੈ ਆਓਗੇ? ਇੱਕ ਦਿਨ ਦੇ ਵਿੱਚ ਮਤਲਬ ਇੱਕ ਦਿਨ ਦੇ ਵਿੱਚ 15 ਜੋ ਚੈਪਟਰ ਨੇ ਪ੍ਰੋਪਰ ਤਰੀਕੇ ਨਾਲ ਪੜ੍ਹ ਲਓਗੇ, ਉਹ ਵੀ ਪੂਰੀ ਡਿਟੇਲ 'ਚ? ਨਹੀਂ ਪੜ੍ਹ ਪਾਓਗੇ ਨਾ, ਪੋਸੀਬਲ ਹੀ ਨਹੀਂ ਹੈ। ਮਤਲਬ ਤੁਸੀਂ ਅਚੀਵ ਕਿੱਦਾਂ ਕਰੋਗੇ ਇਸ ਚੀਜ਼ ਨੂੰ, ਹੈ ਨਾ। ਉਹ ਚੀਜ਼ ਆ ਜਾਂਦੀ ਹੈ ਕਿ ਅਚੀਵੇਬਲ ਹੋਣਾ ਚਾਹੀਦਾ ਕਿ ਹਾਂ ਪੋਸੀਬਲ ਹੋਵੇ ਕਿ ਇਹ ਕੰਮ ਇੱਦਾਂ ਹੋ ਸਕਦਾ। ਅਗਰ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਕਹਿ ਦਾਂ ਕਿ ਤੁਸੀਂ ਬਹੁਤ ਤਰੀਕੇ ਨਾਲ ਮਤਲਬ ਅੱਛੇ ਤਰੀਕੇ ਨਾਲ ਪੜ੍ਹਨਾ ਤੇ ਤੁਸੀਂ ਇੰਨੇ ਮਾਰਕਸ ਲੈਣੇ ਆ, ਤਾਂ ਤੁਸੀਂ ਸ਼ੁਰੂ ਤੋਂ ਹੀ ਤਿਆਰੀ ਕਰੋਗੇ ਤਾਂ ਉਹ ਅਚੀਵ ਹੋਏਗਾ। ਸ਼ੁਰੂ ਤੋਂ ਹੀ ਪਲੈਨਿੰਗ ਕਰੋਗੇ, ਤੁਹਾਡਾ ਇੱਕ ਆਬਜੈਕਟਿਵ ਸੈੱਟ ਹੋਏਗਾ, ਦੈਨ ਤੁਸੀਂ ਉਹ ਅਚੀਵ ਕਰ ਪਾਓਗੇ। ਉਸ ਤਰ੍ਹਾਂ ਹੀ ਜੋ ਤੁਹਾਡਾ ਆਬਜੈਕਟਿਵ ਹੈ ਉਹ ਅਚੀਵੇਬਲ ਹੋਣਾ ਚਾਹੀਦਾ। ਨੈਕਸਟ ਜੇ ਆ ਗਿਆ ਰਿਲੇਵੈਂਟ। ਰਿਲੇਵੈਂਟ ਮੀਨਸ ਟੂ ਸੇ ਆਬਜੈਕਟਿਵ ਹੈ ਜਿਹੜਾ ਉਹ ਲਿੰਕਡ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਮੈਨੇ ਕੀ ਕੀਤਾ, ਆਪਾਂ ਸਟੱਡੀ ਦੀ ਐਗਜ਼ਾਮਪਲ ਲੈਂਦੇ। ਚਲੋ ਮੈਂ ਕਿਹਾ ਵੀ ਮੈਨੇ +1 +2 ਬਹੁਤ ਅੱਛੇ ਤਰੀਕੇ ਨਾਲ ਕਰਨੀ ਆ, 95% ਤੋਂ ਮਾਰਕਸ ਉੱਪਰ ਲੈ ਕੇ ਆਣੇ ਆ। ਠੀਕ ਹੈ, ਬਹੁਤ ਜ਼ਿਆਦਾ ਮੈਨੇ ਸਭ ਤੋਂ ਫਸਟ ਆਉਣਾ ਗਾ ਅੱਗੇ, ਕਿਉਂਕਿ ਮੈਨੇ ਬਹੁਤ ਗੋਲਸ ਅਚੀਵ ਕਰਨੇ ਆ। ਮੈਨੇ ਕਹਿ ਤਾਂ ਦਿੱਤਾ, ਲੇਕਿਨ ਇਹ ਜਿਵੇਂ ਕਰੂੰਗੀ ਮਿਹਨਤ ਕਰੂੰਗੀ ਤਾਂ ਹੀ ਹੋਊਗਾ ਨਾ। ਮੈਨੇ ਕੀ ਕੀਤਾ? ਪੂਰਾ ਸਾਲ ਕਿਤਾਬ ਨਹੀਂ ਚੱਕੀ। ਮੈਨੇ ਕੀਤਾ +1 +2 ਐਸ਼ 'ਚ ਕੱਢਤੀ। ਬਾਅਦ ਵਿੱਚ ਮੈਨੂੰ ਕੀ ਹੋਇਆ? ਅਹਿਸਾਸ ਹੋਇਆ ਕਿ ਅਗਰ ਮੈਂ ਪੜ੍ਹ ਲੈਂਦੀ ਤਾਂ ਮੈਂ ਮਾਰਕਸ ਲੈ ਲੈਂਦੀ। ਮਤਲਬ ਚਾਹਨੀ ਮੈਂ ਕੀ ਸੀ, ਲੇਕਿਨ ਮੈਂ ਕਰ ਕੀ ਰਹੀ ਹਾਂ। ਹੁਣ ਅਸੀਂ ਬਿਜ਼ਨਸ ਦੀ ਅਗਰ ਐਗਜ਼ਾਮਪਲ ਲਈਏ, ਮੈਂ ਚਾਹ ਰਹੀ ਹਾਂ ਕਿ ਮੈਂ ਬਿਜ਼ਨਸ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ, ਮੋਰ ਐਂਡ ਮੋਰ ਪ੍ਰੋਫਿਟਸ ਅਰਨ ਕਰਨਾ, ਮਤਲਬ ਬਹੁਤ ਜ਼ਿਆਦਾ ਪ੍ਰੋਫਿਟ ਅਰਨ ਕਰਨਾ, ਮੈਨੇ ਬਹੁਤ ਜ਼ਿਆਦਾ ਫਾਇਦਾ ਕਮਾਉਣਾ ਬਿਜ਼ਨਸ 'ਚ। ਮੈਨੂੰ ਕੀ ਪਤਾ ਉਹ ਬਿਜ਼ਨਸ ਵਿੱਚ ਫਾਇਦਾ ਮੈਂ ਸੋਚ ਰਹੀ ਹਾਂ ਕਿ ਚਲ ਕੋਈ ਨਹੀਂ ਹੌਲੀ ਹੌਲੀ ਕਮਾ ਲੂੰਗੀ, ਬਟ ਮੈਂ ਕੀ ਕਰ ਰਹੀ ਹਾਂ? ਮੋਰ ਐਂਡ ਮੋਰ ਪ੍ਰੋਫਿਟਸ ਅਰਨ ਕਰਨ ਲਈ ਮੈਨੂੰ ਕੁਛ ਨਾ ਕੁਛ ਸਟੈਪਸ ਲੈਣੇ ਪੈਣਗੇ। ਆਪਣੀ ਸੇਲਸ ਇਨਕਰੀਜ਼ ਕਰਨੀ ਪਊਗੀ ਜਾਂ ਕਿਵੇਂ ਵੀ ਆਪਣੀਆਂ ਹੈ ਨਾ ਕੋਸਟ ਘਟਾ ਕੇ। ਬਟ ਮੈਂ ਕੀ ਕਰ ਰਹੀ ਹਾਂ? ਉਸ ਦੇ ਨਾਲ ਜੋ ਲਿੰਕ ਹੀ ਨਹੀਂ ਕਰਦਾ ਕੰਮ, ਉਹ ਕੰਮ ਕਰ ਰਹੀ ਹਾਂ। ਪੀਪਲਸ ਵਧਾਤੇ ਜਾਂ ਮੇਰੇ ਖਰਚੇ ਵਧਾਤੇ, ਹੈ ਨਾ, ਮਤਲਬ ਇੱਦਾਂ ਦਾ ਕੁਝ ਵਧਾਉਣ ਲੱਗ ਗਈ ਜਿਹੜਾ ਕਿ ਮੇਰੀ ਉਸ ਗੱਲ ਨਾਲ ਲਿੰਕ ਹੀ ਨਹੀਂ ਕਰ ਰਿਹਾ।
मैं बिजनेस ਦੇ ਵਿੱਚ ਪ੍ਰੋਫਿਟ ਅਰਨ ਕਰਨਾ ਹੈ ਬਟ ਮੈਂ ਖਰਚਾ ਕਰ ਰਹੀ ਹਾਂ, ਕੋਈ ਲਿੰਕ ਬਣਿਆ? ਲਾਸ ਹੋਊਗਾ ਮੈਨੂੰ ਤਾਂ ਇਹਦੇ ਨਾਲ। ਠੀਕ ਹੈ, ਸੋ ਆਬਜੈਕਟਿਵ ਕੀ ਹੈ, ਲਿੰਕਡ ਹੋਣਾ ਚਾਹੀਦਾ ਸਿਚੁਏਸ਼ਨ ਨਾਲ। ਨੈਕਸਟ ਅਗਰ ਜੇ ਟਾਈਮ ਬਾਉਂਡ, ਟਾਈਮ ਬਾਉਂਡ ਮਤਲਬ ਹੁੰਦਾ ਰਜੇ ਇੱਕ ਟਾਈਮ ਆਪਾਂ ਨੂੰ ਸਪੈਸੀਫਿਕ ਮਿਲਣਾ, ਇੱਕ ਸਪੈਸੀਫਿਕ ਪੀਰੀਅਡ ਦੇ ਵਿੱਚ ਜਦੋਂ ਅਸੀਂ ਆਬਜੈਕਟਿਵ ਨੂੰ ਫੁੱਲਫਿਲ ਕਰਦੇ ਹਾਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆਹ ਚੈਪਟਰ ਨੂੰ ਪੂਰਾ ਕਰਨਾ ਹੈ ਪ੍ਰੋਪਰ ਤਰੀਕੇ ਨਾਲ ਪੜ੍ਹ ਕੇ। ਹੁਣ ਤੁਸੀਂ ਕਹੋਗੇ ਮੈਮ ਨੇ ਸਾਨੂੰ ਸਿਰਫ ਇੰਨਾ ਕੁ ਕਿਹਾ ਕਿ ਚੈਪਟਰ ਕੰਪਲੀਟ ਕਰਨਾ ਹੈ, ਐਂ ਤਾਂ ਨਹੀਂ ਕਿਹਾ ਕਿੰਨੇ ਟਾਈਮ 'ਚ ਕਰਨਾ, ਅਸੀਂ ਚਾਹੇ ਸਾਲ 'ਚ ਕਰੀਏ, ਚਾਹੇ 6 ਮਹੀਨੇ 'ਚ ਕਰੀਏ, ਚਾਹੇ ਮਹੀਨੇ 'ਚ ਕਰੀਏ, ਹੈ ਨਾ। ਬਟ ਇਹ ਜਿਵੇਂ ਤੁਹਾਨੂੰ ਕਹਿਦਾ ਕਿ ਤੁਸੀਂ ਇਹ ਚੈਪਟਰ ਨੂੰ 2 ਦਿਨ ਦੇ ਵਿੱਚ ਕਰਨਾ, ਤੁਸੀਂ ਕਰ ਲਓਗੇ ਨਾ ਅਚੀਵ। ਤੁਸੀਂ ਕੀ ਕਰੋ, ਤੁਸੀਂ ਕੀ ਕਹੋਗੇ ਕਿ ਹਾਂ ਹੁਣ ਅਸੀਂ ਅਜੇ ਪੜ੍ਹਨਾ ਹੈ। ਕਿਉਂ? ਕਿਉਂਕਿ ਸਾਨੂੰ ਮੈਮ ਨੇ ਕਿਹਾ 2 ਦਿਨ ਦੇ ਵਿੱਚ ਚੈਪਟਰ ਅਸੀਂ ਕੰਪਲੀਟ ਕਰਨਾ। ਤੁਹਾਨੂੰ ਇੱਕ ਟਾਈਮ ਮਿਲ ਗਿਆ, ਇੱਕ ਟਾਈਮ, ਤੁਸੀਂ ਇੱਕ ਬੌਂਡ ਹੋ ਗਏ ਉਸ ਪ੍ਰੋਜੈਕਟ ਦੇ ਵਿੱਚ ਜਾਂ ਉਸ ਸਪੈਸੀਫਿਕ ਟਾਸਕ ਦੇ ਵਿੱਚ। ਠੀਕ ਹੈ, ਇਹਦੀ ਇੱਕ ਐਗਜ਼ਾਮਪਲ ਵੀ ਦਿੱਤੀ ਹੈ, ਹੋਪ ਤੁਹਾਨੂੰ ਸਮਝ ਆਏਗੀ। ਜਿਵੇਂ ਸੇਲਸ ਵਧਾਉਣੀਆਂ ਸੀ 10% ਨਾਲ, ਕਿੰਨੇ ਦਿਨ 'ਚ, ਕਿੰਨੇ ਮਤਲਬ ਟਾਈਮ ਦੇ ਵਿੱਚ, 6 ਮੰਥਸ ਦੇ ਵਿੱਚ। ਸੋ ਮੈਨੂੰ ਟਾਈਮ ਮਿਲ ਗਿਆ ਕਿ ਮੈਨੇ 6 ਮਹੀਨੇ ਦੇ ਵਿੱਚ ਸੇਲਸ ਵਧਾਉਣੀਆਂ ਹੀ ਵਧਾਉਣੀਆਂ ਨੇ। ਠੀਕ ਹੈ, ਇਹ ਸੀ ਆਪਣੇ ਆਬਜੈਕਟਿਵਸ ਸ਼ੁੱਡ ਬੀ ਸਮਾਰਟ, ਸਮਾਰਟ ਦਾ ਸਾਰਾ ਜੋ ਕਨਸੈਪਟ ਹੈ। ਨੈਕਸਟ ਅਗਰ ਰਜੇ ਫੀਚਰਸ ਆਫ ਆਬਜੈਕਟਿਵਸ, ਆਬਜੈਕਟਿਵਸ ਦੇ ਫੀਚਰਸ ਕੀ ਹੁੰਦੇ ਆ ਰਜੇ? ਸਭ ਤੋਂ ਫਸਟਲੀ ਕੀ ਹੁੰਦਾ, ਜਿਹੜੀਆਂ ਸਾਰੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਗਾਈਡੈਂਸ ਮਿਲ ਜਾਂਦੀ ਆ, ਉਹ ਗਾਈਡ ਹੋ ਜਾਂਦੇ। ਜਦੋਂ ਉਹਨਾਂ ਨੂੰ ਆਬਜੈਕਟ ਪਤਾ ਹੁੰਦਾ ਤਾਂ ਉਹ ਆਪਣੇ ਐਕਟੀਵਿਟੀਜ਼ ਨੂੰ ਵੀ ਉੱਦਾਂ ਹੀ ਪਰਫਾਰਮ ਕਰਦੇ ਨੇ। ਠੀਕ ਹੈ, ਓਵਰਆਲ ਬਿਜ਼ਨਸ ਦੀ ਜੋ ਪਲੈਨਿੰਗ ਹੁੰਦੀ ਆ ਹੈ ਨਾ, ਉਹ ਪ੍ਰੋਪਰ ਤਰੀਕੇ ਨਾਲ ਜੋ ਹੈ ਪਲਾਨ ਹੋ ਜਾਂਦੀ ਹੈ ਅਗਰ ਸਾਨੂੰ ਆਬਜੈਕਟਿਵ ਪਤਾ ਹੋਵੇ। ਨੈਕਸਟ ਜੇ ਫਿਊਚਰ ਸਟੇਟ ਆਫ ਅਫੇਅਰਸ, ਅਸੀਂ ਇੱਕ ਆਬਜੈਕਟਿਵ ਸੈੱਟ ਕੀਤਾ, ਉਹਦੇ ਨਾਲ ਸਾਨੂੰ ਪਤਾ ਲੱਗ ਗਿਆ ਕਿ ਫਿਊਚਰ ਦੇ ਵਿੱਚ ਅਸੀਂ ਕਰਨਾ ਕੀ ਹੈ ਨਾ, ਉਹਦੇ ਲਈ ਇੱਕ ਸਟੇਟਮੈਂਟ ਬਣਾਉਣੀ ਜਾਂ ਪਲੈਨਿੰਗ ਕਰਨੀ। ਠੀਕ ਹੈ, ਨੈਕਸਟਲੀ ਜੇ ਆ ਗਿਆ ਕਿ ਜੋ ਆਬਜੈਕਟਿਵ ਹੈ ਇਹ ਟੌਪ ਲੈਵਲ ਦੀ ਮੈਨੇਜਮੈਂਟ ਸੈੱਟ ਕਰਦੀ ਹੈ। ਹੁਣ ਤੁਸੀਂ ਕਹੋਗੇ ਮੈਮ ਇੱਦਾਂ ਕਿਉਂ ਹੁੰਦਾ, ਟੌਪ ਲੈਵਲ ਦੀ ਮੈਨੇਜਮੈਂਟ ਹੀ ਕਿਉਂ ਸੈੱਟ ਕਰਦੀ ਹੈ? ਕਿ ਉਹ ਐਕਸਪੀਰੀਅੰਸਡ ਹੁੰਦੇ ਆ, ਐਕਸਪਰਟ ਹੁੰਦੇ ਆ, ਹੈ ਨਾ, ਜ਼ਿਆਦਾ ਨੌਲੇਜ ਹੁੰਦੀ ਆ। ਇਹ ਤਾਂ ਗੱਲ ਹੈ ਕਿ ਉਹ ਐਕਸਪੀਰੀਅੰਸ ਐਕਸਪਰਟ ਹੁੰਦੇ ਆ, ਕਿਉਂਕਿ ਟੌਪ ਲੈਵਲ ਦੇ ਤਾਂ ਹੀ ਨੇ ਨਾ ਅਗਰ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ ਜਾਂ ਮਤਲਬ ਉਹਨਾਂ ਦੇ 'ਚ ਕੋਈ ਕੈਪੇਬਿਲਿਟੀ ਆ, ਹੈ ਨਾ। ਹੁਣ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਹੋਪ ਤੁਹਾਨੂੰ ਸਮਝ ਆਊਗੀ। ਫੋਰ ਐਗਜ਼ਾਮਪਲ ਰਜੇ ਆਪਾਂ ਫਸਟ ਫਲੋਰ 'ਤੇ ਖੜ੍ਹੇ ਹਾਂ, ਫਸਟ ਫਲੋਰ ਦੀ ਕਿਸੇ ਵੀ ਬਿਲਡਿੰਗ 'ਚ ਫਸਟ ਫਲੋਰ ਦੀ ਬਾਲਕਨੀ 'ਚੋਂ ਮੈਨੇ ਦੇਖਿਆ, ਮੈਨੇ ਕੀ ਦੇਖਿਆ, ਜਿੰਨਾ ਕੁ ਏਰੀਆ ਮੈਨੂੰ ਫਸਟ ਫਲੋਰ ਦੀ ਬਾਲਕਨੀ 'ਚ ਸ਼ੋਅ ਹੋ ਰਿਹਾ, ਮੈਂ ਸਿਰਫ ਓਨਾ ਕੁ ਏਰੀਆ ਦੇਖੂੰਗੀ। ਓਨੇ ਕੁ ਏਰੀਏ ਦੇ ਥਰੂ ਹੀ ਮੈਨੇ ਮਤਲਬ ਆਬਜੈਕਟਿਵ ਸੈੱਟ ਕੀਤਾ, ਓਨੇ ਕੁ ਏਰੀਏ ਦੇ ਥਰੂ ਮੈਨੇ ਐਕਟੀਵਿਟੀ ਸੈੱਟ ਕਰ ਲਿਆ, ਪਲਾਨ ਕਰ ਲਿਆ, ਹੈ ਨਾ। ਉਹ ਕੀ ਸੀਗਾ, ਇੱਕ ਜਸਟ ਓਨਾ ਕੁ ਏਰੀਆ ਜਿੰਨਾ ਕੁ ਮੈਨੂੰ ਫਸਟ ਫਲੋਰ ਦੀ ਬਾਲਕਨੀ 'ਚੋਂ ਦਿਖ ਰਿਹਾ। ਸੈਕਿੰਡਲੀ ਆ ਜਾਓ ਤੁਸੀਂ ਫਸਟ ਫਲੋਰ ਤੋਂ 30th ਫਲੋਰ 'ਤੇ ਚਲੇ ਗਏ। ਠੀਕ ਹੈ, 30th ਫਲੋਰ ਦੀ ਬਾਲਕਨੀ 'ਚੋਂ ਤੁਸੀਂ ਆ ਕੇ ਦੇਖਿਆ, ਤੁਹਾਨੂੰ ਉਹ ਜੋ ਜਗ੍ਹਾ ਹੈ, ਜੋ ਪਲੇਸ ਹੈ, ਉਹ ਜ਼ਿਆਦਾ ਵੱਡੀ ਦਿਖੂਗੀ। ਉਹਦੇ ਵਿੱਚ ਤੁਹਾਨੂੰ ਹੋਰ ਪਤਾ ਲੱਗੂਗਾ ਕਿ ਹਾਂ ਇਹ ਏਰੀਆ ਦੇ ਵਿੱਚ ਆ ਵੀ ਚੀਜ਼ਾਂ ਨੇ। ਪਹਿਲਾਂ ਤੁਹਾਨੂੰ ਫਸਟ ਫਲੋਰ 'ਤੇ ਖੜ੍ਹ ਕੇ ਏਰੀਆ ਦੇ ਵਿੱਚ ਜੋ ਹੋਰ ਚੀਜ਼ਾਂ ਨੇ ਤੁਹਾਨੂੰ ਨਹੀਂ ਦਿਖੀਆਂ ਵੀ ਸਾਡੇ ਏਰੀਆ ਦੇ ਵਿੱਚ ਆ ਵੀ ਹੈ, ਆ ਵੀ ਹੈ, ਆ ਵੀ ਹੈ ਨਾ। ਬਟ 30th ਫਲੋਰ 'ਤੇ ਜਾ ਕੇ ਤੁਹਾਨੂੰ ਪਤਾ ਲੱਗਿਆ ਕਿ ਸਾਡੀ ਏਰੀਆ ਦੇ ਵਿੱਚ ਆ ਵੀ ਇਨਕਲੂਡ ਹੁੰਦਾ। ਸੋ ਫਸਟ ਫਲੋਰ ਵਾਲਾ ਬੰਦਾ ਜ਼ਿਆਦਾ ਪ੍ਰੋਪਰ ਐਕਸਪਲੇਨ ਕਰ ਪਾਊਗਾ ਜਾਂ 30th ਫਲੋਰ ਵਾਲਾ? ਠੀਕ ਹੈ, ਸੋ ਇਹ ਤੁਹਾਨੂੰ ਪਤਾ ਹੈ ਕਿ 30th ਫਲੋਰ ਵਾਲਾ ਜ਼ਿਆਦਾ ਐਕਸਪਲੇਨ ਕਰ ਪਾਊਗਾ। ਕਿਉਂ? ਕਿਉਂਕਿ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸਾਰਾ ਏਰੀਆ ਦਿਖ ਰਿਹਾ, ਉਹਦੇ ਬੇਸ 'ਤੇ ਉਹ ਪਲੈਨਿੰਗ ਕਰ ਰਹੇ ਨੇ। ਠੀਕ ਹੈ ਜੀ, ਸੋ ਇਸ ਕਰਕੇ ਕਿਹਾ ਜਾਂਦਾ ਕਿ ਜਿਹੜੀ ਇਹ ਆਬਜੈਕਟਿਵ ਹੈ ਉਹ ਪੂਰੀ ਆਰਗੇਨਾਈਜੇਸ਼ਨ ਨੂੰ ਦੇਖਦੇ ਹੋਏ ਟੌਪ ਲੈਵਲ ਦੀ ਮੈਨੇਜਮੈਂਟ ਜੋ ਹੈ ਉਹ ਸੈੱਟ ਕਰਦੀ ਹੈ। ਨੈਕਸਟ ਵਿੱਚ ਆਪਾਂ ਪੜ੍ਹਦੇ ਹਾਂ ਐਡਵਾਂਟੇਜਿਸ ਆਫ ਪਲੈਨਸ ਆਬਜੈਕਟਿਵਸ। ਹਾਂਜੀ, ਇਹਦੀ ਫਸਟ ਐਡਵਾਂਟੇਜ ਹੈ ਜੇ ਕ੍ਰੀਏਟ ਯੂਨਿਟੀ ਇਨ ਪਲੈਨਿੰਗ ਦੇ ਵਿੱਚ ਯੂਨਿਟੀ ਕ੍ਰੀਏਟ ਹੁੰਦੀ ਆ, ਕਿਉਂਕਿ ਦੇਖੋ ਜਦੋਂ ਸਾਨੂੰ ਆਬਜੈਕਟਿਵਸ ਪਤਾ ਹੈ, ਸਾਨੂੰ ਪਤਾ ਡਿਫਰੈਂਟ ਡਿਪਾਰਟਮੈਂਟਸ ਆਪਣੇ ਆਪਣੇ ਪਲਾਨਸ ਹੁੰਦੇ ਨੇ, ਲੇਕਿਨ ਜਦੋਂ ਇੱਕ ਕਾਮਨ ਆਬਜੈਕਟਿਵ ਨਹੀਂ ਪਤਾ ਹੋਊਗਾ ਉਹਨਾਂ ਟਾਈਮ ਕਨਫਿਊਜ਼ਨ ਰਹੂਗੀ। ਜਦੋਂ ਇੱਕ ਕਾਮਨ ਆਬਜੈਕਟਿਵ ਪਤਾ ਹੋਊਗਾ ਸਾਰੇ ਮਿਲ ਕੇ ਉਸ ਆਬਜੈਕਟਿਵ ਨੂੰ ਅਚੀਵ ਕਰਨਗੇ, ਹੈ ਨਾ। ਸੋ ਇੱਕ ਯੂਨਿਟੀ ਦੀ ਤਰ੍ਹਾਂ ਹੋ ਜਾਂਦਾ, ਇਹਦੇ ਨਾਲ ਸਾਡਾ ਕੰਮ ਵੀ ਈਜ਼ੀ ਹੋ ਜਾਂਦਾ। ਨੈਕਸਟ ਜੋ ਪੁਆਇੰਟ ਆ ਜਾਂਦਾ ਡੀਸੈਂਟਰਲਾਈਜੇਸ਼ਨ ਆਫ ਅਥਾਰਿਟੀ। ਇਹਦੇ ਵਿੱਚ ਜੇ ਕੀ ਹੁੰਦਾ ਕਿ ਅਸੀਂ ਮਤਲਬ ਅਲੱਗ-ਅਲੱਗ ਜੋ ਲੈਵਲਸ ਦੀ ਮੈਨੇਜਮੈਂਟ ਹੁੰਦੀ ਆ, ਉਹਨਾਂ ਦੇ ਜਿਹੜੇ ਗੋਲਸ ਹੁੰਦੇ ਨੇ ਉਹ ਫਿਕਸ ਹੁੰਦੇ ਆ। ਠੀਕ ਹੈ, ਸੋ ਉਹਨਾਂ ਨੂੰ ਇੱਕ ਅਥਾਰਿਟੀ ਦੀ ਨੀਡ ਹੁੰਦੀ ਆ ਉਹ ਟਾਰਗੇਟਸ ਨੂੰ ਅਚੀਵ ਕਰਨ ਲਈ। ਸੋ ਡੀਸੈਂਟਰਲਾਈਜੇਸ਼ਨ ਅਥਾਰਿਟੀ ਦੇ ਵਿੱਚ ਕੀ ਹੁੰਦਾ ਹੈ ਜੇ ਡਿਸੀਜ਼ਨ ਜਿੱਥੇ ਲੈਣਾ ਹੁੰਦਾ ਉਹ ਪ੍ਰੋਸੈਸ ਦੇ ਵਿੱਚ ਕਾਫੀ ਪਰਸਨਸ ਇਨਵੋਲਵ ਹੁੰਦੇ ਆ ਤਾਂ ਕਿ ਜੋ ਡਿਸੀਜ਼ਨ ਆ ਉਹ ਇਫੈਕਟਿਵ ਹੋਵੇ ਅਤੇ ਐਫੀਸ਼ੀਐਂਟ ਹੋਵੇ। ਨੈਕਸਟ ਵਿੱਚ ਆਉਂਦਾ ਹੈਲਪਫੁਲ ਇਨ ਐਕਸਰਸਾਈਜ਼ਿੰਗ। ਹੁਣ ਦੇਖੋ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਜੋ ਪਰਫਾਰਮੈਂਸ ਹੁੰਦੀ ਹੈ ਇੰਡੀਵਿਜੂਅਲ ਬੰਦੇ ਦੀ, ਉਹਦਾ ਰਿਸਪੋਂਸੀਬਲ ਉਹ ਆਪ ਹੁੰਦਾ। ਇਹਦੇ ਨਾਲ ਕੀ ਹੁੰਦਾ ਕਈ ਤਰ੍ਹਾਂ ਦੀ ਐਕਟੀਵਿਟੀਜ਼ 'ਤੇ ਕੰਟਰੋਲ ਓਵਰ ਹੋ ਜਾਂਦਾ।
ਅਸੀਂ ਕੀ ਕਰਦੇ ਹਾਂ, ਸਟੈਂਡਰਡਸ ਤੇ ਐਕਚੁਅਲ ਪਰਫਾਰਮੈਂਸ ਨੂੰ ਕੀ ਕਰਦੇ ਹਾਂ, ਕੰਪੇਅਰ ਕਰਦੇ ਹਾਂ, ਜਿਹਨਾਂ ਨਾਲ ਸਾਡੀ ਜਿਹੜੀ ਪਿਨ ਪੁਆਇੰਟਿੰਗ ਜਾਂ ਵੀਕ ਜੋ ਪੁਆਇੰਟਸ ਹੁੰਦੇ ਆ ਉਹ ਸਾਡੇ ਅਸੀਂ ਦੇਖਦੇ ਹਾਂ ਤੇ ਉਹਨਾਂ ਨੂੰ ਫਿਰ ਅਸੀਂ ਇੰਪਰੂਵ ਕਰਦੇ ਹਾਂ। ਠੀਕ ਹੈ ਜੀ। ਨੈਕਸਟ ਹੈਗੇ ਸਟਿਮੂਲੇਟਸ ਮੋਟੀਵੇਸ਼ਨ। ਇਹਦੇ ਨਾਲ ਕੀ ਹੁੰਦਾ ਰਾਜੇ, ਹਰ ਇੱਕ ਇੰਡੀਵਿਜੂਅਲ ਨੂੰ ਮੋਟੀਵੇਸ਼ਨ ਮਿਲਦੀ ਆ ਕਿ ਜਦੋਂ ਅਸੀਂ ਆਪਣਾ ਗੋਲ ਸੈੱਟ ਕਰ ਲਿਆ ਹੈ ਨਾ, ਤਾਂ ਸਾਡੀ ਪਲੈਨਿੰਗ ਹੋਊਗੀ ਤਾਂ ਅਸੀਂ ਉਹਨੂੰ ਅਚੀਵ ਕਰਦੇ ਹਾਂ। ਜਦੋਂ ਗੋਲ ਸੈੱਟ ਕਰ ਲਿਆ ਤਾਂ ਅਸੀਂ ਆਪਣੇ ਗੋਲਸ ਨੂੰ ਅਚੀਵ ਵੀ ਕਰਦੇ ਹਾਂ। ਠੀਕ ਹੈ। ਨੈਕਸਟ ਜੇ ਲਾਸਟ ਹੈ ਇਸੈਂਸ ਆਫ ਪਲੈਨਿੰਗ। ਇਹਦੇ ਵਿੱਚ ਜੇ ਕੀ ਹੁੰਦਾ, ਦੇਖੋ ਪਲੈਨਿੰਗ ਪ੍ਰੋਸੈਸ ਆਬਜੈਕਟਿਵ ਤੋਂ ਬਿਨਾਂ ਪੋਸੀਬਲ ਹੀ ਨਹੀਂ ਹੈ। ਜਦੋਂ ਆਬਜੈਕਟਿਵ ਸਾਨੂੰ ਸੈੱਟ ਹੋਊਗਾ ਤਾਂ ਅਸੀਂ ਉਹਦੇ ਬੇਸ 'ਤੇ ਪਲੈਨਿੰਗ ਕਰਾਂਗੇ, ਨਹੀਂ ਤਾਂ ਸਾਨੂੰ ਕੀ ਪਤਾ ਅਸੀਂ ਪਲੈਨਿੰਗ ਕਾਹਦੀ ਕਰਨੀ ਹੈ। ਜੇ ਸਾਡਾ ਕੋਈ ਗੋਲ ਹੈ, ਕੋਈ ਮੋਟਿਵ ਹੈ, ਤਾਂ ਹੀ ਅਸੀਂ ਪਲੈਨਿੰਗ ਕਰ ਰਹੇ ਹਾਂ। ਸੋ ਰਾਜੇ ਇਹ ਸੀ ਸਾਡੇ ਐਡਵਾਂਟੇਜਸ ਆਫ ਆਬਜੈਕਟਿਵਸ। ਸੋ ਰਾਜੇ ਜੋ ਨੈਕਸਟ ਟਾਈਪ ਹੈ ਪਲਾਨ ਦੀ, ਉਹ ਅਸੀਂ ਨੈਕਸਟ ਲੈਕਚਰ ਦੇ ਵਿੱਚ ਪੜ੍ਹਾਂਗੇ। ਥੈਂਕ ਯੂ।